ਹੁਣ ਆਪਾਂ ਗੱਲ ਕਰਦੇ ਹਾਂ ਇਲੈਕਟ੍ਰੋਨ ਗੇਨ ਐਂਥੈਲਪੀ ਦੀ। ਇਲੈਕਟ੍ਰੋਨ ਗੇਨ ਐਂਥੈਲਪੀ ਕੀ ਆ? ਇਹ ਰਾਜੇ ਪੋਜ਼ਿਟਿਵ ਵੀ ਹੋ ਸਕਦੀ ਆ, ਮਤਲਬ ਇਲੈਕਟ੍ਰੋਨ ਗੇਨ ਐਂਥੈਲਪੀ ਜਿਹੜੀ ਆ ਉਹ ਸਾਨੂੰ ਐਟਮ ਨੂੰ ਦੇਣੀ ਵੀ ਪੈ ਸਕਦੀ ਆ, ਉਹ ਤੋਂ ਲੈਣੀ ਵੀ ਪੈ ਸਕਦੀ, ਮਤਲਬ ਨੈਗੇਟਿਵ ਵੀ ਹੋ ਸਕਦੀ ਤੇ ਕਿਸੇ ਕੇਸ ਦੇ ਵਿੱਚ ਜ਼ੀਰੋ ਵੀ ਹੋ ਸਕਦਾ, ਮਤਲਬ ਨੋ ਚੇਂਜ ਵੀ ਆ ਸਕਦਾ ਹੈ। ਇਲੈਕਟ੍ਰੋਨ ਗੇਨ ਐਂਥੈਲਪੀ ਕੀ ਆ ਕਿ ਅਸੀਂ ਹੁਣ ਐਟਮ ਨੂੰ, ਆਇਨੇਸ਼ਨ ਐਂਥੈਲਪੀ ਕੀ ਸੀ ਕਿ ਅਸੀਂ ਐਟਮ ਤੋਂ ਇਲੈਕਟ੍ਰੋਨ ਲੈ ਰਹੇ ਸੀਗੇ, ਬਾਹਰ ਕੱਢ ਰਹੇ ਸੀਗੇ। ਇਹਦੇ ਵਿੱਚ ਕੀ ਹੈ ਕਿ ਅਸੀਂ ਐਟਮ ਨੂੰ ਇਲੈਕਟ੍ਰੋਨ ਦੇ ਰਹੇ ਹਾਂ। ਜੇ ਐਟਮ ਨੂੰ ਇਲੈਕਟ੍ਰੋਨ ਦੇ ਰਹੇ ਹਾਂ, ਠੀਕ ਆ, ਤਾਂ ਇਹਦਾ ਮਤਲਬ ਕੀ ਆ, ਇਹਦੀ ਡੈਫੀਨੇਸ਼ਨ ਕੀ ਹੋਗੀ? ਦਾ ਐਨਰਜੀ ਚੇਂਜ, ਇਹਦੇ ਵਿੱਚ ਲੂਜ਼ ਜਾਂ ਗੇਨ ਦੀ ਵਰਡ ਨਹੀਂ ਲਿਖੀ ਦਾ, ਐਨਰਜੀ ਚੇਂਜ ਲਿਖੀ ਦਾ। ਐਨਰਜੀ ਚੇਂਜ when one electron is added to gaseous state of an atom। ਜਦੋਂ ਕਿਸੇ ਐਟਮ ਦੀ ਗੈਸੀਅਸ ਸਟੇਟ ਦੇ ਵਿੱਚ ਇੱਕ ਇਲੈਕਟ੍ਰੋਨ ਐਡ ਕਰਦੇ ਆ, ਉਦੋਂ ਜਿਹੜਾ એનર્ਜੀ ਚੇਂਜ ਆਉਂਦਾ ਆ ਉਹਨੂੰ ਅਸੀਂ ਕੀ ਬੋਲਦੇ ਆ? ਇਲੈਕਟ੍ਰੋਨ ਗੇਨ ਐਂਥੈਲਪੀ। ਠੀਕ ਹੈ, ਇਹ ਪੋਜ਼ਿਟਿਵ ਵੀ ਹੋ ਸਕਦੀ, ਨੈਗੇਟਿਵ ਵੀ ਹੋ ਸਕਦੀ ਹੈ ਤੇ ਜ਼ੀਰੋ ਵੀ ਹੋ ਸਕਦੀ ਆ। ਉਹ ਕਿਸ ਤਰ੍ਹਾਂ? ਉਹਦੇ ਲਈ ਵੀ ਫੈਕਟਰ ਇਹਦੇ ਲਗਭਗ ਆਇਨੇਸ਼ਨ ਐਂਥੈਲਪੀ ਦੇ ਨਾਲ ਮੈਚ ਕਰਦੇ। ਫਸਟ, ਅਟੋਮਿਕ ਸਾਈਜ਼। ਠੀਕ ਹੈ, ਮਤਲਬ ਲਗਭਗ ਉਸ ਤਰ੍ਹਾਂ ਦੇ ਫੈਕਟਰ ਆ। ਅਟੋਮਿਕ ਸਾਈਜ਼ ਹੋ ਗਿਆ, ਨਿਊਕਲੀਅਰ ਚਾਰਜ ਹੋ ਗਿਆ ਤੇ ਸਕਰੀਨਿੰਗ ਇਫੈਕਟ ਹੋ ਗਈ, ਇਲੈਕਟ੍ਰੋਨਿਕ ਕਨਫੀਗਰੇਸ਼ਨ ਹੋ ਗਈ, ਮਤਲਬ ਉਸੇ ਤਰ੍ਹਾਂ ਦੇ ਫੈਕਟਰ ਲਗਭਗ ਸਾਰੇ ਸੇਮ ਹੀ ਆ। ਹੁਣ ਇਹਦੇ ਵਿੱਚ ਧਿਆਨ ਨਾਲ ਬਸ ਥਿਓਰੈਟੀਕਲੀ ਮੈਨੂੰ ਸਮਝਾਉਣਾ ਹੈ, ਮਤਲਬ ਮੈਂ ਉਹ ਚੀਜ਼ ਡਿਟੇਲ ਦੇ ਵਿੱਚ ਨਹੀਂ ਜਾਣਾ ਪਹਿਲਾਂ ਵਾਂਗੂ। ਦੇਖੋ ਇਹਦੇ ਵਿੱਚ ਰਾਜੇ ਕੀ ਆ ਕਿ ਅਸੀਂ ਐਟਮ ਨੂੰ ਇਲੈਕਟ੍ਰੋਨ ਦਿੱਤਾ, ਜੇ ਤਾਂ ਐਟਮ ਨੂੰ ਇਲੈਕਟ੍ਰੋਨ ਦੀ ਲੋੜ ਆ, ਐਗਜ਼ਾਮਪਲ ਦੇ ਤੌਰ ਤੇ ਆਪਾਂ ਗੱਲ ਕਰ ਲੈਂਦੇ ਕਲੋਰੀਨ ਜਾਂ ਫਲੋਰੀਨ। ਕਲੋਰੀਨ ਦੀ ਗੱਲ ਕਰਦੇ ਹਾਂ, ਕਲੋਰੀਨ ਵਾਲੇ ਕੇਸ ਦੇ ਵਿੱਚ ਬਾਹਰੀ ਸ਼ੈਲ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੈ? 3s2 3p5, ਮਤਲਬ ਨੋਬਲ ਗੈਸ ਦੀ ਕਨਫੀਗਰੇਸ਼ਨ ਗੇਨ ਕਰਨ ਦੇ ਲਈ ਇੱਕ ਇਲੈਕਟ੍ਰੋਨ ਦੀ ਘਾਟ ਆ। ਇਹਦਾ ਮਤਲਬ ਜੇ ਅਸੀਂ ਇਹਨੂੰ ਇਲੈਕਟ੍ਰੋਨ ਦੇਵਾਂਗੇ ਇਹ ਖੁਸ਼ ਹੋਏਗਾ, ਜੇ ਖੁਸ਼ ਹੋਏਗਾ ਤਾਂ ਐਨਰਜੀ ਰਿਲੀਜ਼ ਕਰੇਗਾ, ਐਨਰਜੀ ਸਾਨੂੰ ਦੇਵੇਗਾ। ਅੰਡਰਸਟੈਂਡ? ਤੇ ਜੇ ਇਹ ਅਸੀਂ ਗੱਲ ਕਰਦੇ ਹਾਂ ਸੋਡੀਅਮ ਦੀ, ਸੋਡੀਅਮ ਦੇ ਕੋਲ ਆਲਰੇਡੀ ਇੱਕ ਇਲੈਕਟ੍ਰੋਨ ਵਾਧੂ ਹੈਗਾ ਜਾਂ ਨੋਬਲ ਗੈਸ ਦੇ ਨਾਲੋਂ, ਠੀਕ ਆ, ਤੇ ਉਹ ਤਾਂ ਵੈਸੇ ਹੀ ਇੱਕ ਇਲੈਕਟ੍ਰੋਨ ਲੂਜ਼ ਕਰਨਾ ਚਾਹੁੰਦਾ ਆ, ਪਰ ਅਸੀਂ ਉਹਨੂੰ ਕੀ ਕਹਿ ਰਹੇ ਹਾਂ? ਬਾਹਰੋਂ ਇੱਕ ਇਲੈਕਟ੍ਰੋਨ ਹੋਰ ਉਹ 'ਚ ਐਡ ਕਰਨਾ ਚਾਹੁੰਦੇ ਹਾਂ। ਠੀਕ ਆ, ਤਾਂ ਉਸ ਕੇਸ ਦੇ ਵਿੱਚ ਉਹ ਐਨਰਜੀ ਰਿਲੀਜ਼ ਨਹੀਂ ਕਰੇਗਾ। ਅੰਡਰਸਟੈਂਡ ਹੋਈ ਗੱਲ? ਕਿ ਮਤਲਬ ਇਲੈਕਟ੍ਰੋਨਿਕ ਕਨਫੀਗਰੇਸ਼ਨ ਤੇ ਐਟਮ ਦੀ ਨੀਡ ਦੇ ਉੱਤੇ ਡਿਪੈਂਡ ਕਰਦਾ ਆ। ਠੀਕ ਆ, ਅਟੋਮਿਕ ਸਾਈਜ਼ ਜਾਂ ਹੋਰ ਫੈਕਟ ਜਿਹੜੇ ਨਿਊਕਲੀਅਰ ਚਾਰਜ, ਉਹ ਫੈਕਟਰ ਕੀ ਕਿ ਉਹ ਕਿੰਨਾ ਜ਼ਿਆਦਾ ਅਮਾਊਂਟ ਐਨਰਜੀ ਦਾ ਉਹਨੇ ਰਿਲੀਜ਼ ਕਰਨਾ ਆ, ਉਹ ਡਿਪੈਂਡ ਕਰਦਾ ਅਟੋਮਿਕ ਸਾਈਜ਼। ਜੇ ਸਾਈਜ਼ ਵੱਡਾ ਆ ਰਾਜੇ, ਜੇ ਸਾਈਜ਼ ਵੱਡਾ ਆ ਤਾਂ ਇਹਦਾ ਮਤਲਬ ਜਿਹੜਾ ਆਪਾਂ ਬਾਹਰੋਂ ਐਡ ਕਰ ਰਹੇ ਹਾਂ ਇਲੈਕਟ੍ਰੋਨ ਆ, ਜਿਹੜਾ ਬਾਹਰੋਂ ਆਪਾਂ ਇਲੈਕਟ੍ਰੋਨ ਐਡ ਕਰ ਰਹੇ ਹਾਂ, ਦੇਖੋ ਆਹ ਸਾਈਜ਼ ਛੋਟਾ ਆ। ਆਪਾਂ ਉਸ ਗੱਲ ਕਰਦੇ ਹਾਂ ਕਿ ਐਟਮ ਨੂੰ ਇਲੈਕਟ੍ਰੋਨ ਚਾਹੀਦਾ ਆ। ਮੈਂ ਇਸ ਗੱਲ ਤੇ ਪਹੁੰਚ ਗਿਆ ਕਿ ਇਸ ਐਟਮ ਨੂੰ ਇਲੈਕਟ੍ਰੋਨ ਚਾਹੀਦਾ ਆ। ਠੀਕ ਆ, ਇਸ ਐਟਮ ਨੂੰ ਵੀ ਇਲੈਕਟ੍ਰੋਨ ਚਾਹੀਦਾ ਆ। ਠੀਕ ਆ, ਇਹਨੂੰ ਵੀ ਇਲੈਕਟ੍ਰੋਨ ਚਾਹੀਦਾ, ਇਹਨੂੰ ਵੀ ਇਲੈਕਟ੍ਰੋਨ ਚਾਹੀਦਾ। ਹੁਣ ਕਿਹਦੇ ਵਿੱਚ ਐਨਰਜੀ ਜ਼ਿਆਦਾ ਰਿਲੀਜ਼ ਹੋਏਗੀ? ਆਪਣੇ ਇਹ ਕੰਸੈਪਟ ਆ ਗਿਆ, ਇਹ ਕੁਐਸਚਨ ਆ ਗਿਆ। ਠੀਕ ਹੈ, ਇਹਦਾ ਸਾਈਜ਼ ਛੋਟਾ ਹੈ, ਇਹਦਾ ਮਤਲਬ ਨਿਊਕਲੀਅਸ ਦੇ ਜ਼ਿਆਦਾ ਨੇੜੇ ਹੋ ਜਾਣਾ। ਜੇ ਨਿਊਕਲੀਅਸ ਦੇ ਉੱਤੇ ਚਾਰਜ ਕਿਹੜਾ? ਪੋਜ਼ਿਟਿਵ ਨੇ ਇਲੈਕਟ੍ਰੋਨ ਦੇ ਲਈ ਜ਼ਿਆਦਾ ਅਟਰੈਕਸ਼ਨ ਦਿਖਾਉਣੀ ਆ। ਇਹਦਾ ਮਤਲਬ ਜੇ ਸਾਈਜ਼ ਛੋਟਾ ਹੋਊਗਾ ਤਾਂ ਅਟਰੈਕਸ਼ਨ ਜ਼ਿਆਦਾ ਹੋਊਗੀ ਅਪਕਮਿੰਗ ਇਲੈਕਟ੍ਰੋਨ ਦੇ ਲਈ। ਇਹਦੇ ਲਈ ਵਰਡ ਇਸ ਤਰ੍ਹਾਂ ਯੂਜ਼ ਕਰੀਏ, ਅਪਕਮਿੰਗ ਇਲੈਕਟ੍ਰੋਨ ਦੇ ਲਈ ਜਿਹੜੀ ਅਟਰੈਕਸ਼ਨ ਉਹ ਜ਼ਿਆਦਾ ਆ। ਜੇ ਅਟਰੈਕਸ਼ਨ ਜ਼ਿਆਦਾ ਅਪਕਮਿੰਗ ਇਲੈਕਟ੍ਰੋਨ ਦੇ ਲਈ, ਇਹਦਾ ਮਤਲਬ ਐਨਰਜੀ ਜ਼ਿਆਦਾ ਰਿਲੀਜ਼ ਹੋਣੀ ਆ। ਇਸ ਕੇਸ ਦੇ ਵਿੱਚ ਸਾਈਜ਼ ਵੱਡਾ ਹੋਣ ਕਰਕੇ ਜਿਹੜਾ ਨਿਊਕਲੀਅਸ ਤੋਂ ਐਟਮ ਆ ਉਹ ਦੂਰ, ਇਲੈਕਟ੍ਰੋਨ ਆ ਉਹ ਦੂਰ ਆ। ਇਹਦਾ ਮਤਲਬ ਅਪਕਮਿੰਗ ਇਲੈਕਟ੍ਰੋਨ ਦੇ ਲਈ ਬਹੁਤੀ ਜ਼ਿਆਦਾ ਅਟਰੈਕਸ਼ਨ ਨਹੀਂ ਹੋਣੀ ਹੈਗੀ, ਜਿਹਦੇ ਕਰਕੇ ਐਨਰਜੀ ਜਿਹੜੀ ਆ ਉਹ ਰਿਲੀਜ਼ ਨਹੀਂ ਹੋਣੀ ਹੈਗੀ। ਠੀਕ ਹੈ, ਜ਼ਿਆਦਾ ਨਹੀਂ ਰਿਲੀਜ਼ ਹੋਣੀ, ਥੋੜ੍ਹੀ ਬਹੁਤੀ ਰਿਲੀਜ਼ ਹੋਏਗੀ। ਠੀਕ ਆ, ਹੁਣ ਇੱਕ ਐਗਜ਼ਾਮਪਲ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਤੁਹਾਨੂੰ ਦਿੰਦਾ। ਮੈਂ ਉਮੀਦ ਹੈ ਕਿ ਉਹਦੇ ਨਾਲ ਤੁਹਾਨੂੰ ਸ਼ਾਇਦ ਸਮਝ ਛੇਤੀ ਲੱਗ ਜਾਵੇ। ਮੰਨ ਲਓ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹਾਂ ਕਿ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਮਾਮੇ ਦੇ ਜਿਹੜੇ ਲੜਕੇ ਆ ਜਾਂ ਬੱਚੇ ਆ ਉਹ ਤੁਹਾਡੇ ਆਉਣ, ਰਾਤ ਰਹਿਣ, ਪਰ ਹੁਣ
ਪਰ ਇਹ ਹੈ ਕਿ ਤੁਹਾਡੇ ਘਰ ਦੇ ਵਿੱਚ ਸਿਰਫ ਸੌਣ ਦੇ ਲਈ ਇੱਕੋ ਹੀ ਕਮਰਾ ਹੈ ਜਿੱਥੇ ਤੁਸੀਂ ਸਾਰੀ ਫੈਮਿਲੀ ਸੌਂ ਰਹੇ ਆ, ਠੀਕ ਆ। ਦਿਲੋਂ ਤਾਂ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਆ, ਪਰ ਇਹ ਹੈ ਕਿ ਆਪਣੇ ਘਰ ਦੀ ਕੰਡੀਸ਼ਨ ਦੇ ਕਰਕੇ ਤੁਸੀਂ ਚਾਹੁੰਦੇ ਆ ਕਿ ਯਾਰ ਨਹੀਂ ਮੁਸ਼ਕਿਲ ਵਾ, ਠੀਕ ਹੈ। ਤਾਂ ਉਸ ਕੇਸ ਦੇ ਵਿੱਚ એનર્ਜੀ ਜਿਹੜੀ ਆ, એનર્ਜੀ ਦਾ ਅਮਾਊਂਟ ਆ ਉਹ ਫਿਰ ਘਟਦਾ ਵੱਧਦਾ ਆ ਇਸੇ ਤਰ੍ਹਾਂ, ਠੀਕ ਆ। ਚਾਹੁੰਦੇ ਹੈਗੇ ਆ ਕਿ ਆਣ ਐਟਮ, ਚਾਹੁੰਦੇ ਹੈਗੇ ਇਲੈਕਟ੍ਰੋਨ ਮਿਲਣ, ਪਰ ਸਾਈਜ਼ ਜਿਹੜਾ ਆ ਉਹ ਇਫੈਕਟ ਕਰ ਰਿਹਾ ਆ, ਠੀਕ ਆ। ਪਰ ਜੇ ਲੋਡ ਤੋਂ ਜ਼ਿਆਦਾ ਸਾਈਜ਼ ਛੋਟਾ ਹੋ ਜਾਵੇ ਤਾਂ ਵੀ એનર્ਜੀ ਜਿਹੜੀ ਹੈ ਘਟਦੀ ਆ। ਫਲੋਰੀਨ ਤੇ ਕਲੋਰੀਨ ਦਾ ਕੇਸ ਆਪਾਂ +1 ਦੇ ਵਿੱਚ ਕੀਤਾ ਆ, ਉਹ ਇਸ ਸਾਲ ਵੀ ਡਿਸਕਸ ਕਰਾਂਗੇ। ਉਹ ਜਦੋਂ ਆਪਾਂ ਟੌਪਿਕ ਕਰਾਂਗੇ ਉਦੋਂ ਸਮਝਾਉਂਗਾ ਕਿ ਫਲੋਰੀਨ ਦੀ ਜਿਹੜੀ એનર્ਜੀ ਆ ਉਹ ਕਲੋਰੀਨ ਦੇ ਨਾਲੋਂ ਜਿਹੜੀ ਇਲੈਕਟ੍ਰੋਨ ਗੇਨ ਐਂਥੈਲਪੀ ਆ ਉਹ ਘੱਟ ਵਾ, ਓਕੇ। ਤੇ ਡਾਊਨ ਅਲੋਂਗ ਦਾ ਪੀਰੀਅਡ ਕਿਉਂਕਿ ਸਾਈਜ਼ ਛੋਟਾ ਹੋਈ ਜਾਂਦਾ ਆ ਤੇ ਇਲੈਕਟ੍ਰੋਨ ਜਿਹੜੀ ਗੇਨ ਕਰਨ ਦੀ ਟੈਂਡੈਂਸੀ ਵਧੀ ਜਾਂਦੀ, ਇਸ ਕਰਕੇ ਧਿਆਨ ਨਾਲ ਸਮਝੋ, ਇਲੈਕਟ੍ਰੋਨ ਗੇਨ ਕਰਨ ਦੀ ਟੈਂਡੈਂਸੀ ਵੱਧਦੀ, ਇਸ ਕਰਕੇ ਇਲੈਕਟ੍ਰੋਨ ਗੇਨ ਐਂਥੈਲਪੀ ਮੋਸਟਲੀ ਜਿਹੜੀ ਆ ਲੈਫਟ ਟੂ ਰਾਈਟ ਜਦੋਂ ਮੂਵ ਕਰਦੇ ਆ ਉਦੋਂ ਇਨਕਰੀਜ਼ ਕਰ ਰਹੀ ਆ, ਵੱਧਦੀ ਪਈ ਆ। ਪਰ 18ਵੇਂ ਗਰੁੱਪ ਦੇ ਵਿੱਚ ਜਾ ਕੇ ਉਹਦੀ ਨੋਬਲ ਗੈਸ ਦੀ ਕਨਫੀਗਰੇਸ਼ਨ ਆ, ਜੇ ਉਹਨੂੰ ਆਪਾਂ ਕਹੀਏ ਤੂੰ ਇੱਕ ਇਲੈਕਟ੍ਰੋਨ ਲੈ ਲੈ, ਉਹਨੇ ਕਹਿਣਾ ਭਰਾਵਾ ਜਾਣ ਦੇ ਗੱਲਾਂ ਕਿਹੜੀਆਂ ਕਰੀ ਜਾਂਦੇ ਆ ਕਿ ਮੈਂ ਕਿੱਦਾਂ ਇੱਕ ਇਲੈਕਟ੍ਰੋਨ ਗੇਨ ਕਰ ਲਵਾਂ, ਮੇਰੇ ਕੋਲ ਤਾਂ ਪਹਿਲੇ ਆਲਰੇਡੀ ਪੂਰੀ ਤਰ੍ਹਾਂ ਫੁੱਲੀ ਫਿਲਡ ਆ। ਫਿਰ ਉਸ ਕੇਸ ਦੇ ਵਿੱਚ એનર્ਜੀ ਰਿਲੀਜ਼ ਨਹੀਂ ਕਰੇਗਾ, ਇਸ ਕਰਕੇ 18ਵਾਂ ਗਰੁੱਪ ਇਲੈਕਟ੍ਰੋਨ ਗੇਨ ਐਂਥੈਲਪੀ ਦੇ ਲਈ ਐਕਸੈਪਸ਼ਨਲ ਕੇਸ ਬਣ ਕੇ ਆਉਂਦਾ ਆ, ਠੀਕ ਹੈ ਜੀ। ਤੇ ਇਦਾਂ ਡਾਊਨ ਦਾ ਗਰੁੱਪ ਜੇ ਉੱਪਰੋਂ ਥੱਲੇ ਨੂੰ ਜਾਂਦੇ ਆ ਉਦੋਂ ਸਾਈਜ਼ ਵੱਡਾ ਹੋਈ ਜਾਂਦਾ ਆ, ਆਉਣ ਵਾਲੇ ਅਪਕਮਿੰਗ ਇਲੈਕਟ੍ਰੋਨ ਦੇ ਲਈ ਜਿਹੜੀ ਟੈਂਡੈਂਸੀ ਉਹ ਘਟੀ ਜਾਣੀ ਆ, ਇਸ ਕਰਕੇ ਡਾਊਨ ਦਾ ਗਰੁੱਪ ਆਇਨੇਸ਼ਨ ਐਂਥੈਲਪੀ ਕੀ ਹੋ ਰਹੀ ਹੈ, ਡਿਕਰੀਜ਼ ਕਰਦੀ ਆ, ਸੌਰੀ ਇਲੈਕਟ੍ਰੋਨ ਗੇਨ ਐਂਥੈਲਪੀ ਵੀ ਡਿਕਰੀਜ਼ ਕਰਦੀ ਆ। ਸੇਮ ਕੰਸੈਪਟ ਆ, ਓਕੇ। ਇਸ ਤੋਂ ਇਲਾਵਾ ਇੱਕ ਟੌਪਿਕ ਹੁੰਦਾ ਇਲੈਕਟ੍ਰੋਨੈਗੇਟਿਵਿਟੀ। ਇਹ ਟੌਪਿਕ ਕੀ ਆ ਕਿ ਪਹਿਲਾਂ ਇਹਦੇ ਲਈ ਤੁਹਾਨੂੰ ਸਮਝਣਾ ਪੈਣਾ ਆ ਬੌਂਡ ਜਿਹੜੀ ਹੈ, ਬੌਂਡ ਫਾਰਮੇਸ਼ਨ ਕਿੰਨੀ ਤਰ੍ਹਾਂ ਹੁੰਦੀ ਹੈ। ਬੌਂਡ ਫਾਰਮੇਸ਼ਨ ਤੁਹਾਨੂੰ ਪਤਾ ਇੱਕ ਕੋਵਲੈਂਟ ਬੌਂਡ ਹੁੰਦੀ ਆ, ਇੱਕ ਆਇਨਿਕ ਬੌਂਡ ਹੁੰਦੀ ਹੈ। ਆਇਨਿਕ ਬੌਂਡ ਕੀ ਹੈ, ਪੂਰੀ ਤਰ੍ਹਾਂ ਇੱਕ ਨੇ ਇਲੈਕਟ੍ਰੋਨ ਲੂਜ਼ ਕਰਤੇ ਦੂਜੇ ਨੇ ਗੇਨ ਕਰ ਲਏ, ਜਿਹਦੇ ਕਰਕੇ ਇੱਕ ਦੇ ਉੱਤੇ ਪੋਜ਼ਿਟਿਵ ਚਾਰਜ ਆ ਗਿਆ, ਦੂਜੇ ਦੇ ਉੱਤੇ ਨੈਗੇਟਿਵ ਚਾਰਜ ਆ ਗਿਆ, ਠੀਕ ਹੈ। ਮਤਲਬ ਜਿਸ ਤਰ੍ਹਾਂ ਐਗਜ਼ਾਮਪਲ ਆਪਾਂ ਗੱਲ ਕਰ ਲੈਂਦੇ ਹਾਂ ਸੋਡੀਅਮ ਨੇ ਇੱਕ ਇਲੈਕਟ੍ਰੋਨ ਲੂਜ਼ ਕਰਤਾ, ਇੱਕ ਪੋਜ਼ਿਟਿਵ ਚਾਰਜ। ਕਲੋਰੀਨ ਆ, ਉਹਨੇ ਇੱਕ ਇਲੈਕਟ੍ਰੋਨ ਗੇਨ ਕਰ ਲਿਆ ਇਹ ਵਾਲਾ, ਉਹਦੇ ਤੇ ਨੈਗੇਟਿਵ ਚਾਰਜ। ਦੋਨਾਂ ਨੇ Na ਪੋਜ਼ਿਟਿਵ ਤੇ Cl ਨੈਗੇਟਿਵ ਦੇ ਵਿੱਚ ਬੌਂਡ ਬਣ ਗਈ। ਇਹ ਬੌਂਡ ਕਿਹੜੀ ਹੈ, ਇਲੈਕਟ੍ਰੋਸਟੈਟਿਕ ਬੌਂਡ, ਠੀਕ ਹੈ, ਪੋਜ਼ਿਟਿਵ ਨੈਗੇਟਿਵ ਚਾਰਜ ਦੇ ਵਿੱਚ, ਠੀਕ ਹੈ। ਤੇ ਇਹ ਕਿਹੜੀ ਆ, ਆਇਨਿਕ ਬੌਂਡ ਬਣੀ ਆ, ਠੀਕ ਆ। ਇਹ ਆਇਨਿਕ ਕੰਪਾਊਂਡ ਹੋ ਗਿਆ। ਪਰ ਸਾਰੇ ਇਲੈਕਟ੍ਰੋਨ ਜਿਹੜੇ ਆ, ਸਾਰੇ ਐਟਮ ਆ, ਉਹ ਇਲੈਕਟ੍ਰੋਨ ਲੂਜ਼ ਨਹੀਂ ਕਰ ਸਕਦੇ ਤੇ ਨਾ ਹੀ ਗੇਨ ਕਰ ਸਕਦੇ। ਫਿਰ ਉਹਨਾਂ ਕੇਸਿਸ ਦੇ ਵਿੱਚ ਸ਼ੇਅਰਿੰਗ ਆਫ ਬੌਂਡ ਹੁੰਦੀ ਆ। ਜਿੱਦਾਂ ਹੁਣ ਆਪਾਂ ਗੱਲ ਕਰ ਲਈਏ ਕਾਰਬਨ ਦੀ, ਕਾਰਬਨ ਦੇ ਕੋਲ 4 ਇਲੈਕਟ੍ਰੋਨ ਆ ਬਾਹਰੀ ਸ਼ੈਲ ਦੇ ਵਿੱਚ। ਹੁਣ ਜੇ ਪੁੱਤ 4 ਇਲੈਕਟ੍ਰੋਨ ਆ ਤਾਂ 4 ਦੇ 4 ਇਲੈਕਟ੍ਰੋਨ ਲੂਜ਼ ਕਰਨੇ ਉਹਦੇ ਲਈ ਡਿਫਿਕਲਟ ਆ, ਠੀਕ ਹੈ, ਜਾਂ 4 ਦੇ 4 ਇਲੈਕਟ੍ਰੋਨ ਗੇਨ ਕਰਨੇ ਵੀ ਉਹਦੇ ਲਈ ਡਿਫਿਕਲਟ ਆ। ਇਸ ਕੇਸ ਦੇ ਵਿੱਚ ਫਿਰ ਕੀ ਆ, ਸ਼ੇਅਰਿੰਗ ਹੁੰਦੀ ਆ। ਉਹ ਮਤਲਬ ਹਾਈਡਰੋਜਨ ਵਰਗੇ ਦੇ, ਮੈਂ ਇੱਥੇ ਐਗਜ਼ਾਮਪਲ ਲੈ ਰਿਹਾ ਹਾਈਡਰੋਜਨ ਦੀ ਨੇ, ਕਿ ਹਾਈਡਰੋਜਨ ਦੇ ਨਾਲ ਸ਼ੇਅਰ ਕਰਦਾ ਆ, ਠੀਕ ਆ। ਮਤਲਬ ਇਸ ਤਰ੍ਹਾਂ ਆ ਸ਼ੇਅਰਿੰਗ, ਠੀਕ ਆ, ਸ਼ੇਅਰਿੰਗ ਹੋਈ ਆ। ਉਹੀ ਚੀਜ਼ ਇਲੈਕਟ੍ਰੋਨੈਗੇਟਿਵਿਟੀ ਹੈ। ਇਲੈਕਟ੍ਰੋਨੈਗੇਟਿਵਿਟੀ ਦੇ ਵਿੱਚ ਕੀ ਹੈ ਕਿ ਪਹਿਲਾਂ ਸ਼ੇਅਰਿੰਗ ਹੋਣੀ ਆ, ਠੀਕ ਆ, ਫਿਰ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ ਨੂੰ ਆਪਣੇ ਵੱਲ ਅਟਰੈਕਟ ਕਰਨ ਦੀ ਪਾਵਰ, ਆਪਣੇ ਵੱਲ ਜਿਹੜਾ ਅਟਰੈਕਟ ਕਰਨ ਦੀ ਪਾਵਰ ਆ ਉਹਨੂੰ ਅਸੀਂ ਕੀ ਬੋਲਦੇ ਆ, ਇਲੈਕਟ੍ਰੋਨੈਗੇਟਿਵਿਟੀ। ਐਗਜ਼ਾਮਪਲ ਦੇ ਤੌਰ ਤੇ ਹਾਈਡਰੋਜਨ ਆ, ਇਹਦੇ ਕੋਲ 1 ਇਲੈਕਟ੍ਰੋਨ ਆ ਬਾਹਰੀ ਸ਼ੈਲ ਦੇ ਵਿੱਚ। ਕਲੋਰੀਨ ਆ, ਇਹਦੇ ਕੋਲ ਕਿੰਨੇ ਇਲੈਕਟ੍ਰੋਨ ਆ, 7 ਇਲੈਕਟ੍ਰੋਨ ਆ ਬਾਹਰੀ ਸ਼ੈਲ ਦੇ ਵਿੱਚ। ਹਾਈਡਰੋਜਨ ਜਾਂ ਤਾਂ 1 ਇਲੈਕਟ੍ਰੋਨ ਲੂਜ਼ ਕਰਦਾ ਹੁੰਦਾ ਆ, ਜਾਂ ਗੇਨ ਕਰਕੇ ਹੀਲੀਅਮ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਗੇਨ ਕਰਨਾ ਚਾਹੁੰਦਾ ਆ, ਠੀਕ ਆ। ਤੇ ਇਹਨਾਂ ਦੇ ਵਿੱਚ ਸ਼ੇਅਰਿੰਗ ਹੋ ਗਈ ਇਸ ਤਰ੍ਹਾਂ। ਪਹਿਲਾਂ ਜਦੋਂ ਸ਼ੇਅਰਿੰਗ ਹੋਈ ਉਦੋਂ ਤਾਂ ਜਿਹੜਾ ਹੈ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ ਸੈਂਟਰ ਤੇ ਆ, ਪਰ ਹੌਲੀ ਹੌਲੀ ਕੀ ਹੋਇਆ ਕਿ ਕਿਉਂਕਿ ਕਲੋਰੀਨ ਨੂੰ ਇਲੈਕਟ੍ਰੋਨਸ ਦੀ ਜ਼ਿਆਦਾ ਭੁੱਖ ਵਾ, ਠੀਕ ਆ,
क्लोरीन ਨੂੰ ਇਲੈਕਟ੍ਰੋਨਸ ਦੀ ਜ਼ਿਆਦਾ ਭੁੱਖ ਵਾ, ਇਲੈਕਟ੍ਰੋਨਸ ਦੇ ਲਈ ਜ਼ਿਆਦਾ ਪਿਆਰ ਹੈ, ਇਸ ਕਰਕੇ ਉਹ ਜਿਹੜਾ ਸ਼ੇਡ ਪੇਅਰ ਆਫ ਇਲੈਕਟ੍ਰੋਨ ਆ ਸੈਂਟਰ ਤੋਂ ਸ਼ਿਫਟ ਹੋ ਕੇ ਕਲੋਰੀਨ ਵੱਲ ਨੂੰ ਚਲ ਗਿਆ, ਜਿਹਦੇ ਉੱਤੇ ਇਹਦੇ ਉੱਤੇ ਚਾਰਜ ਆ ਜਾਂਦਾ ਪਾਰਸ਼ੀਅਲ ਨੈਗੇਟਿਵ, ਇਹਦੇ ਉੱਤੇ ਪਾਰਸ਼ੀਅਲ ਪੋਜ਼ਿਟਿਵ ਚਾਰਜ। ਇਸ ਕਨਸੈਪਟ ਨੂੰ ਬੋਲਦੇ ਹਾਂ ਅਸੀਂ ਇਲੈਕਟ੍ਰੋਨੈਗੇਟਿਵਿਟੀ, ਕਿ ਸ਼ੇਡ ਪੇਅਰ ਆਫ ਇਲੈਕਟ੍ਰੋਨ ਨੂੰ ਆਪਣੇ ਵੱਲ ਨੂੰ ਅਟਰੈਕਟ ਕਰਨ ਦੀ ਪਾਵਰ ਜਿਹੜੀ ਆ ਕਿਹਦੀ, ਕਿਸੇ ਵੀ ਐਟਮ ਦੀ, ਉਹਨੂੰ ਅਸੀਂ ਇਲੈਕਟ੍ਰੋਨੈਗੇਟਿਵਿਟੀ ਵਰਡ ਯੂਜ਼ ਕਰਦੇ ਹਾਂ। ਠੀਕ ਆ। ਇਸ ਤੋਂ ਇਲਾਵਾ ਇਹਦੇ ਵਿੱਚ ਮੈਟੈਲਿਕ ਕਰੈਕਟਰ ਆ ਜਾਂਦਾ ਆ ਤੇ ਨਾਨ ਮੈਟੈਲਿਕ ਕਰੈਕਟਰ ਦੀ ਵੀ ਗੱਲ ਕਰੇ ਲੈਂਦੇ ਹੁਣ। ਮੈਟੈਲਿਕ ਕਰੈਕਟਰ ਤੇ ਨਾਨ ਮੈਟੈਲਿਕ ਕਰੈਕਟਰ। ਠੀਕ ਆ। ਜ਼ਿਆਦਾਤਰ ਆਪਾਂ ਪੜ੍ਹਦੇ ਹਾਂ ਮੈਟਲਸ ਜਿਹੜੀਆਂ ਸ਼ਾਈਨ ਕਰਦੀਆਂ, ਜਿਹੜੀਆਂ ਕਿ ਡਕਟਾਈਲ ਹੁੰਦੀਆਂ ਆ। ਠੀਕ ਆ। ਨਾਨ ਮੈਟਲ ਜਿਹੜੀਆਂ ਸ਼ਾਈਨ ਨਹੀਂ ਕਰਦੀਆਂ ਹੈਗੀਆਂ, ਮਤਲਬ ਇਸ ਤਰ੍ਹਾਂ ਦੀਆਂ। ਪਰ ਕੈਮਿਸਟਰੀ ਦੇ ਪੁਆਇੰਟ ਆਫ ਵਿਊ ਨਾਲ ਆਪਾਂ ਇਲੈਕਟ੍ਰੋਨਿਕ ਪੁਆਇੰਟ ਆਫ ਵਿਊ ਨਾਲ ਕਰਾਂਗੇ ਕਿ ਜਿਹੜੇ ਇਲੈਕਟ੍ਰੋਨ ਈਜ਼ੀਲੀ ਲੂਜ਼ ਕਰਦੇ ਆ, ਇਲੈਕਟ੍ਰੋਨ ਈਜ਼ੀਲੀ ਲੂਜ਼ ਕਰਨ, ਉਹ ਜ਼ਿਆਦਾਤਰ ਕੀ ਹੁੰਦੇ, ਮੈਟਲਸ ਯਾਨੀ ਕਿ ਮੈਟੈਲਿਕ ਕਰੈਕਟਰ ਸ਼ੋ ਕਰਦੇ ਆ। ਤੇ ਨਾਨ ਮੈਟਲਸ ਜਿਹੜੇ ਇਲੈਕਟ੍ਰੋਨ ਈਜ਼ੀਲੀ ਲੂਜ਼ ਨਾ ਕਰਨ ਜਾਂ ਗੇਨ ਕਰਨ, ਉਹ ਕਿਹੜੇ ਆ ਜਾਂਦੇ ਆ, ਨਾਨ ਮੈਟੈਲਿਕ ਕਰੈਕਟਰ ਚ, ਨਾਨ ਮੈਟਲਸ। ਠੀਕ ਆ। ਹੁਣ ਤੁਹਾਨੂੰ ਪਤਾ ਆ ਕਿ ਲੈਫਟ ਟੂ ਰਾਈਟ ਜੇ ਪੀਰੀਓਡਿਕ ਟੇਬਲ ਦੇ ਵਿੱਚ ਲੈਫਟ ਦੀ ਗੱਲ ਕਰੀਏ, ਲੈਫਟ ਟੂ ਰਾਈਟ ਮੂਵ ਕਰਦੇ ਆ ਤਾਂ ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ ਜਿਹੜੀ ਹੈ ਰਾਈਟ ਵਾਲੀ ਸਾਈਡ ਜ਼ਿਆਦਾ ਹੁੰਦੀ ਹੈ, ਲੈਫਟ ਵਾਲੀ ਸਾਈਡ ਜਿਹੜੀ ਹੈ ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ ਲੈਫਟ ਵਾਲੀ ਸਾਈਡ ਜ਼ਿਆਦਾ ਹੁੰਦੀ, ਰਾਈਟ ਸਾਈਡ ਘੱਟ ਹੁੰਦੀ ਆ। ਠੀਕ ਆ। ਜਿੱਦਾਂ ਆਪਾਂ ਲੈਫਟ ਟੂ ਰਾਈਟ ਮੂਵ ਕਰਦੇ ਉਦੇ ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ ਘਟੀ ਜਾਂਦੀ ਆ। ਜੇ ਰਾਜੇ ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ ਘਟੀ ਜਾਂਦੀ ਆ, ਮਤਲਬ ਜਿਹੜਾ ਲੀਥੀਅਮ ਆ ਤੇ ਬਰੇਲੀਅਮ ਆ, ਇਹਨਾਂ ਦੇ ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਕਿਹਦੇ, ਆਕਸੀਜਨ, ਫਲੋਰੀਨ। ਇਹਦਾ ਮਤਲਬ ਕੀ ਆ, ਇਹ ਮੈਟਲਸ ਹੋਊਗੇ, ਉਧਰ ਵਾਲੇ ਕੀ ਹੋਊਗੇ, ਨਾਨ ਮੈਟੈਲਿਕ ਕਰੈਕਟਰ ਸ਼ੋ ਕਰੂਗੇ। ਠੀਕ ਆ। ਇਸੇ ਲਈ ਪੀਰੀਓਡਿਕ ਟੇਬਲ ਦੇ ਵਿੱਚ ਧਿਆਨ ਨਾਲ ਦੇਖੋ, ਆ ਦੇਖੋ ਨਾਨ ਮੈਟਲ ਦੇ ਲਈ ਉਹਨੇ ਪਿੰਕ ਕਲਰ ਦਿੱਤਾ ਹੋਇਆ ਆ। ਠੀਕ ਆ। ਤੇ ਜਿਹੜੇ ਆ ਆਪਣੇ ਕੋਲ ਨਾਨ ਮੈਟਲਸ ਦੇ ਲਈ ਆ, ਮੈਟਲਸ ਦੇ ਲਈ, ਠੀਕ ਆ, ਉਹਨਾਂ ਦੇ ਲਈ ਇਹਨੇ ਆ ਕਲਰ, ਇਹਨਾਂ ਨੂੰ ਮੈਟਲਸ ਬੋਲਦੇ ਆ ਕਿਉਂਕਿ ਇਹ ਇਲੈਕਟ੍ਰੋਨ ਈਜ਼ੀਲੀ ਲੂਜ਼ ਕਰਦੇ ਆ। ਜਿਹੜੇ ਇਲੈਕਟ੍ਰੋਨ ਈਜ਼ੀਲੀ ਲੂਜ਼ ਕਰਨ ਉਹ ਮੈਟੈਲਿਕ ਕਰੈਕਟਰ ਸ਼ੋ ਕਰਦੇ ਆ, ਜਿਹੜੇ ਈਜ਼ੀਲੀ ਇਲੈਕਟ੍ਰੋਨ ਲੂਜ਼ ਨਹੀਂ ਕਰਦੇ ਉਹ ਨਾਨ ਮੈਟੈਲਿਕ ਕਰੈਕਟਰ ਸ਼ੋ ਕਰਦੇ ਆ। ਅੰਡਰਸਟੈਂਡ। ਹੁਣ ਮਤਲਬ ਲੈਫਟ ਸਾਈਡ ਤੇ ਜ਼ਿਆਦਾ ਮੈਟਲਸ ਹੋਣੀਆਂ ਹੈ, ਰਾਈਟ ਸਾਈਡ ਤੇ ਜ਼ਿਆਦਾ ਨਾਨ ਮੈਟਲਸ ਦੀ ਟੈਂਡੈਂਸੀ ਹੋਣੀ ਆ। ਗਰੁੱਪ ਦੇ ਵਿੱਚ ਹੁਣ ਜੇ ਗੱਲ ਕਰ ਲਈਏ, ਉੱਪਰ ਵਾਲੇ ਜਿਹੜੇ ਆ ਜ਼ਿਆਦਾ ਮੈਟੈਲਿਕ ਕਰੈਕਟਰ ਸ਼ੋ ਕਰੂਗੇ, ਕਿਉਂਕਿ ਘੱਟ ਮੈਟੈਲਿਕ ਕਰੈਕਟਰ ਸ਼ੋ ਕਰੂਗੇ। ਠੀਕ ਆ। ਤੇ ਜਿੱਦਾਂ ਆਪਾਂ ਡਾਊਨ ਦਾ ਗਰੁੱਪ ਮੂਵ ਕਰੀ ਜਾਣ ਉਦਾਂ ਮੈਟੈਲਿਕ ਕਰੈਕਟਰ ਵੱਧਦਾ ਜਾਂਦਾ ਆ। ਕਿਉਂ, ਧਿਆਨ ਨਾਲ ਸਮਝੋ ਕਿ ਜੇ ਆਪਾਂ ਰਾਜੇ ਦੇਖੋ, ਜੇ ਆਪਾਂ ਗਰੁੱਪ ਦੀ ਗੱਲ ਕਰੀਏ, ਇੱਥੇ ਇਹਦੀ ਗੱਲ ਕਰਦੇ ਆ, ਇਧਰੋਂ ਕਰਦੇ ਆ ਬੋਰੋਨ ਦਾ ਸਾਈਜ਼ ਆਪਣੇ ਗਰੁੱਪ ਦੇ ਵਿੱਚ ਸਭ ਤੋਂ ਛੋਟਾ ਆ। ਇਹਦਾ ਮਤਲਬ ਇਹਦੇ ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ ਆਪਣੇ ਗਰੁੱਪ ਦੇ ਮੁਤਾਬਿਕ, ਆਪਣੇ ਗਰੁੱਪ ਦੇ ਮਤਲਬ ਐਲੂਮੀਨੀਅਮ ਦੇ ਨਾਲੋਂ ਘੱਟ ਆ। ਠੀਕ ਆ। ਐਲੂਮੀਨੀਅਮ ਦਾ ਸਾਈਜ਼, ਠੀਕ ਆ, ਐਲੂਮੀਨੀਅਮ ਦੀ ਇਹਦੇ ਨਾਲੋਂ, ਠੀਕ ਆ, ਮਤਲਬ ਇਸ ਤਰ੍ਹਾਂ ਚੱਲਦੇ ਆ। ਇੱਥੇ ਕੁਝ ਐਕਸੈਪਸ਼ਨਲ ਕੇਸ ਵੀ ਹੁੰਦਾ ਹੈ ਐਲੂਮੀਨੀਅਮ ਤੇ ਗੈਲੀਅਮ ਦੇ ਵਿੱਚ, ਪਰ ਮੈਂ ਉਹ ਡਿਸਕਸ ਨਹੀਂ ਕਰ ਰਿਹਾ ਹਾਲੇ। ਮੈਂ ਮਤਲਬ ਸਿਰਫ ਤੁਹਾਨੂੰ ਮੈਟੈਲਿਕ ਕਰੈਕਟਰ ਦਾ ਜਿਹੜਾ ਆ ਕਨਸੈਪਟ ਅਲੋਂਗ ਦਾ ਪੀਰੀਅਡ ਤੇ ਅਲੋਂਗ ਦਾ ਗਰੁੱਪ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਹ ਕੀ ਆ ਕਿ ਜੇ ਤਾਂ ਮੈਂ ਦੇਖੋ ਧਿਆਨ ਨਾਲ ਸਮਝੋ, ਪੀਰੀਅਡ ਦੇ ਵਿੱਚ ਮੂਵ ਕਰਦਾ ਲੈਫਟ ਟੂ ਰਾਈਟ, ਮਤਲਬ ਇੱਧਰ ਨੂੰ ਮੂਵ ਕਰਦਾ ਆ, ਉਦੋਂ ਇਲੈਕਟ੍ਰੋਨ ਗੇਨ ਕਰਨ ਦੀ ਟੈਂਡੈਂਸੀ ਵਧੀ ਜਾਂਦੀ, ਮਤਲਬ ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ ਘਟੀ ਜਾਂਦੀ। ਇਹਦਾ ਮਤਲਬ ਉਹ ਜਿਹੜੇ ਆ ਨਾਨ ਮੈਟਲ ਵੱਲ ਨੂੰ ਵਧੀ ਜਾਂਦੇ ਲੈਫਟ ਟੂ ਰਾਈਟ, ਯਾਨੀ ਕਿ ਨਾਨ ਮੈਟੈਲਿਕ ਕਰੈਕਟਰ ਵੱਧਦਾ ਪਿਆ। ਜੇ ਡਾਊਨ ਦਾ ਗਰੁੱਪ ਮੂਵ ਕਰਦੇ ਆ ਉਦੋਂ ਕੀ ਹੋ ਰਿਹਾ, ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ ਵੱਧਦੀ ਜਾਂਦੀ ਕਿਉਂਕਿ ਸਾਈਜ਼ ਵੱਡਾ ਹੋ ਜਾਂਦਾ। ਜੇ ਸਾਈਜ਼ ਵੱਡਾ ਹੋ ਜਾਂਦਾ ਇਹਦਾ ਮਤਲਬ ਉੱਪਰ ਵਾਲੇ ਨਾਨ ਮੈਟੈਲਿਕ ਕਰੈਕਟਰ ਸ਼ੋ ਕਰੂਗੇ, ਥੱਲੇ ਵਾਲੇ ਮੈਟੈਲਿਕ ਕਰੈਕਟਰ ਸ਼ੋ ਕਰੂਗੇ। ਅੰਡਰਸਟੈਂਡ। ਇਹ ਚੀਜ਼ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਰੱਖਣੀ ਆ। ਠੀਕ ਆ। ਇਸ ਤੋਂ ਇਲਾਵਾ ਇੱਕ ਡਾਇਗੋਨਲ ਰਿਲੇਸ਼ਨਸ਼ਿਪ ਵੀ ਹੁੰਦਾ ਆ, ਤੇ ਉਮੀਦ ਆ ਕਿ ਮੈਨੂੰ ਇਹ ਤੁਹਾਨੂੰ ਟੌਪਿਕ ਸਮਝ ਲੱਗ ਗਏ ਹੋਣੇ ਆ। ਠੀਕ ਆ। ਇਹਨਾਂ ਟੌਪਿਕਸ ਦੀ ਕਾਫੀ ਜ਼ਿਆਦਾ ਲੋੜ ਪੈਂਦੀ ਆ। ਆਕਸੀਡਾਈਜ਼ਿੰਗ ਏਜੰਟ, ਰਿਡਿਊਸਿੰਗ ਏਜੰਟ, ਇਹਨਾਂ ਦੀ ਵੀ ਲੋੜ ਪੈਂਦੀ ਆ।
ਤੇ ਉਹ ਤੁਸੀਂ ਆਪ ਟਰਾਈ ਕਰ ਲਿਓ। ਜਦੋਂ ਆਪਾਂ ਚੈਪਟਰ ਸਟਾਰਟ ਕਰਾਂਗੇ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਸਿਰਫ ਮੇਨ ਇਹੀ ਸੀਗਾ ਕਿ ਤੁਹਾਨੂੰ ਜਿਹੜਾ +1 ਦੇ ਵਿੱਚ ਟੌਪਿਕ ਆ ਜਾਂ ਬੇਸਿਕ ਜੋ ਕਨਸੈਪਟ ਹੈਗੇ ਆ ਉਹਨਾਂ ਦੇ ਨਾਲ ਥੋੜਾ ਜਿਹਾ ਟੱਚ ਦੇ ਵਿੱਚ ਲੈ ਕੇ ਆਵਾਂ। ਤੇ ਜੇ ਇਨ ਕੇਸ ਕੋਈ ਪ੍ਰੋਬਲਮ ਆਉਂਦੀ ਹੈ ਫਿਰ ਵੀ ਤੁਹਾਨੂੰ ਤਾਂ ਮੇਰੇ ਤੋਂ ਪੁੱਛ ਲੈਣਾ। ਪਰ ਹਾਂ, ਇਹ ਸਾਰੇ ਦੇ ਸਾਰੇ ਜਿਹੜੇ ਟੌਪਿਕ ਆ ਤੁਸੀਂ ਇੱਕ ਵਾਰੀ ਆਪਣੀ +1 ਵਾਲੀਆਂ ਬੁੱਕਸ ਦੇ ਵਿੱਚੋਂ ਕਾਪੀ ਦੇ ਉੱਤੇ ਨੋਟ ਕਰਨੇ ਆ। ਠੀਕ ਆ, ਕਿਹੜੇ ਕਿਹੜੇ? ਐਟੋਮਿਕ ਸਾਈਜ਼, ਆਇਨੇਸ਼ਨ ਥੈਰੇਪੀ, ਇਲੈਕਟ੍ਰੋਨ ਗੇਨ ਥੈਰੇਪੀ ਤੇ ਇਲੈਕਟ੍ਰੋਨੈਗੇਟਿਵਿਟੀ ਤੇ ਮੈਟੈਲਿਕ ਤੇ ਨਾਨ ਮੈਟੈਲਿਕ ਰਿਐਕਟਰ। ਇਹ ਆਪਣੀ ਕਾਪੀ ਦੇ ਉੱਤੇ ਨੋਟ ਕਰਨੇ ਆ, ਇਹਨਾਂ ਦੇ ਫੈਕਟਰਸ। ਠੀਕ ਆ, ਅਲੋਂਗ ਦਾ ਪੀਰੀਅਡ, ਅਲੋਂਗ ਦਾ ਗਰੁੱਪ ਕੀ ਹੁੰਦਾ ਆ, ਤਾਂ ਤੁਹਾਨੂੰ ਇਹ ਜਿਹੜਾ ਚੈਪਟਰ ਵਾ ਕਰਨਾ ਈਜ਼ੀ ਹੋ ਜਾਣਾ ਆ। ਸਾਰੇ ਚੈਪਟਰ ਦੇ ਵਿੱਚ ਅਸੀਂ ਇਦਾਂ ਦੀਆਂ ਹੀ ਗੱਲਾਂ ਕਰਨੀਆਂ ਆ। ਮੈਟੈਲਿਕ ਕਰੈਕਟਰ ਵੱਧ ਗਿਆ, ਮੈਟੈਲਿਕ ਕਰੈਕਟਰ ਘਟ ਗਿਆ। ਠੀਕ ਆ, ਆਇਨੇਸ਼ਨ ਥੈਰੇਪੀ, ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ, ਇਲੈਕਟ੍ਰੋਨ ਗੇਨ ਕਰਨ ਦੀ ਟੈਂਡੈਂਸੀ, ਬਸ ਇਸੇ ਤਰ੍ਹਾਂ ਦੀ। ਓਕੇ, ਚਲੋ, ਥੈਂਕ ਯੂ।